ਨੈਸ਼ਨਲ ਅਵਾਰਡ ਲਿਆ ਇਸ ਧੀ ਨੇ ਵੇਟ ਲਿਫਟਿੰਗ ਦੇ ਵਿੱਚ ਨੈਸ਼ਨਲ ਅਵਾਰਡ ਇਸ ਧੀ ਨੇ ਲਿਆ ਵਾ। ਪਰ ਉਸ ਘਰ ਦੇ ਹਾਲਾਤ ਦੇਖ ਲਓ ਇੱਕ ਵਾਰੀ, ਇਹ ਖਿਡਾਰੀਆਂ ਦੇ ਘਰਾਂ ਦੇ ਹਾਲਾਤ ਨੇ, ਇਹ ਹਾਲਾਤ ਬਣੇ ਨੇ। ਘਰ ਦੀ ਛੱਤ ਨਹੀਂ ਹੈਗੀ, ਘਰ ਦੀ ਛੱਤ ਵੀ ਨਹੀਂ ਹੈਗੀ ਇਸ ਧੀ ਦੀ। ਕੋਈ ਸਰਕਾਰ ਵੱਲੋਂ ਕੋਈ ਅਜਿਹਾ, ਪ੍ਰਸ਼ਾਸਨ ਵੱਲੋਂ ਕੋਈ ਅਜਿਹਾ ਤੁਹਾਨੂੰ ਕੋਈ ਦਿੱਤਾ ਗਿਆ ਹੋਏ ਇਨਾਮ ਤੁਹਾਡੇ, ਜਿਸ ਦੇ ਨਾਲ ਘਰ ਦੇ ਹਾਲਾਤ ਸੁਧਰ ਸਕਣ ਥੋੜ੍ਹੇ? ਨਹੀਂ ਸਰ, ਪੰਜਾਬ ਸਰਕਾਰ ਨੇ ਤਾਂ ਮੇਰਾ ਕੋਈ ਕੁਛ ਨਹੀਂ ਸੁਣਿਆ, ਮੈਨੂੰ ਕੋਈ ਫਾਇਦਾ ਨਹੀਂ ਹੋਇਆ ਮਤਲਬ ਪੰਜਾਬ ਸਰਕਾਰ ਨੇ। ਲੇਕਿਨ ਜਦੋਂ ਖੇਲੋ ਇੰਡੀਆ ਯੂਥ ਗੇਮਸ ਮੇਰਾ 골ਡ ਮੈਡਲ ਸੀ, ਉਸ ਤੋਂ ਬਾਅਦ ਮੋਦੀ ਸਰਕਾਰ ਜੋ ਕੰਪੀਟੀਸ਼ਨ ਖੇਲੋ ਇੰਡੀਆ ਉਹ ਕਰਵਾਉਂਦੇ ਪਏ, ਉਹਨਾਂ ਨੇ 1.5-2 ਸਾਲ ਮੇਰੇ ਅਕਾਊਂਟ ਪਰ ਮੰਥ 10,000 ਰੁਪਇਆ ਜੋ ਕਿ ਮੇਰੀ ਡਾਈਟ ਵਾਸਤੇ ਭੇਜਦੇ ਰਹੇ ਸੀ। ਹਾਂਜੀ ਸਰ, ਬਾਪ ਦੀ ਲੱਤ ਵੱਲ ਦੇਖਦੀ ਹਾਂ ਤਾਂ ਬਹੁਤ ਅਫਸੋਸ ਹੁੰਦਾ ਹੈ ਕਿ ਫਾਦਰ ਸਾਹਿਬ ਸਹੀ ਹੁੰਦੇ ਸ਼ਾਇਦ ਮੈਨੂੰ ਹੋਰ ਵਧੀਆ ਸਪੋਰਟ ਕਰਦੇ। ਫਾਦਰ ਸਾਹਿਬ ਕੰਮ ਨਹੀਂ ਕਰ ਸਕਦੇ, ਮੰਮੀ ਇੱਕ ਛੋਟੇ ਸਕੂਲ 'ਚ ਲੱਗੇ ਨੇ, ਬ੍ਰਦਰ ਵੀ ਛੋਟਾ ਹੈ, ਅਤੇ ਜਿਸ ਕਰਕੇ ਘਰ ਦੇ ਹਾਲਾਤ ਮਾੜੇ। ਜੀਜਾ ਜੀ ਦੇ ਲੱਤ ਖਰਾਬ ਹੋਈ ਨੂੰ 3.5-4 ਸਾਲ ਦੇ ਕਰੀਬ ਹੋ ਗਏ ਆ। ਮੈਂ ਤਾਂ ਮਾਲਕ ਦੀ ਦਇਆ ਸਮਝਣਾ ਕਿ ਮਾਲਕ ਹੀ ਕਰੀ ਜਾ ਰਿਹਾ ਜੀ। ਇਹਨਾਂ ਤੇ ਉਹ ਸ਼ੇਰ ਢੁਕਦਾ ਜੀ, मिटा दे अपनी हस्ती को, अगर मर्तबा चाहे कि दाना खाक में मिलकर गुले गुलजार होता है। मिट्टी 'ਚ मिल गई साड़ी भैन। ਕਿਸੇ ਸਕੂਲ ਦੇ ਵਿੱਚ ਪ੍ਰਾਈਵੇਟ ਕੁੱਕ ਦਾ ਕੰਮ ਕਰਦੇ, ਕਿੱਦਾਂ ਉਹ 1700 ਰੁਪਏ ਦੇ ਨਾਲ ਘਰ ਦਾ ਫਿਰ ਗੁਜ਼ਾਰਾ ਚੱਲ ਜਾਂਦਾ ਸਾਰਾ? ਇਦਾਂ ਹੀ ਹੈ, ਜੇ ਥੋੜਾ ਬਹੁਤਾ ਕਿਸੇ ਵੇਲੇ ਰੋਟੀ ਬਚ ਜਾਂਦੀ ਹੈ ਲੈ ਆਈਦੀ ਹੈ, ਉਹ ਖਾ ਲਈਦੀ ਹੈ ਤੇ ਮਾੜਾ ਚੰਗਾ ਟਾਈਮ ਕੱਢ ਲਈਦਾ। ਨੂੰ ਮੈਂ ਕਹਿਣਾ ਚਾਹੁੰਦਾ ਕਿ ਇਸ ਬੇਟੀ ਦੀ ਜਿੰਨੀ ਹੋ ਸਕੇਗੀ ਮਰਤੇ ਦਮ ਤੱਕ ਮੈਂ ਇਹਨੂੰ ਉੱਪਰ ਓਲੰਪਿਕ ਤੱਕ ਲੈ ਕੇ ਜਾਵਾਂਗਾ। ਮੇਰਾ ਸੁਪਨਾ ਹੈ ਕਿ ਬੇਟੀ ਓਲੰਪਿਕ ਖੇਡੇ ਔਰ ਪੂਰੇ ਭਾਰਤ ਔਰ ਪੂਰੇ ਪੰਜਾਬ ਦਾ ਨਾਂ ਜਿਹੜਾ ਰੋਸ਼ਨ ਕਰੇ। ਤੁਸੀਂ ਜੁੜੇ ਹੋ ਰੰਗਲਾ ਟੀਵੀ ਨਾਲ। ਮੈਂ ਆਪਣੇ ਸਹਿਯੋਗੀ ਜਸਵਿੰਦਰ ਬੇਦੀ ਦੇ ਨਾਲ ਜਤਿੰਦਰ ਕੁੰਡਲ। ਦਰਸ਼ਕ ਅੱਜ ਘਰ ਦੇਖਣਗੇ। ਘਰ ਦੇਖਿਓ ਇੱਕ ਜਿਹੜਾ ਮੇਰੇ ਪਿੱਛੇ ਘਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਉਹ ਘਰ ਆ ਜਿਸ ਬੱਚੀ ਨੇ, ਜਿਸ ਧੀ ਨੇ, ਜਿਸ ਤੇ ਸਾਨੂੰ ਫਖਰ ਹੋਣਾ ਚਾਹੀਦਾ ਸੀ, ਉਸ ਧੀ ਦੇ ਉੱਤੇ। ਇਹ ਘਰ ਉਸ ਧੀ ਦਾ ਵਾ। ਨੈਸ਼ਨਲ ਅਵਾਰਡ ਲਿਆ ਇਸ ਧੀ ਨੇ ਵੇਟ ਲਿਫਟਿੰਗ ਦੇ ਵਿੱਚ ਨੈਸ਼ਨਲ ਅਵਾਰਡ ਇਸ ਧੀ ਨੇ ਲਿਆ ਵਾ। ਪਰ ਉਸ ਘਰ ਦੇ ਹਾਲਾਤ ਦੇਖ ਲਓ ਇੱਕ ਵਾਰੀ, ਇਹ ਖਿਡਾਰੀਆਂ ਦੇ ਘਰਾਂ ਦੇ ਹਾਲਾਤ ਨੇ, ਇਹ ਹਾਲਾਤ ਬਣੇ ਨੇ। ਘਰ ਦੀ ਛੱਤ ਨਹੀਂ ਹੈਗੀ, ਘਰ ਦੀ ਛੱਤ ਵੀ ਨਹੀਂ ਹੈਗੀ ਇਸ ਧੀ ਦੀ। 4 ਭੈਣ ਭਰਾ ਵਾ। ਇਹ ਉਸ ਨਵਦੀਪ ਕੌਰ ਦੇ ਘਰ ਦੀਆਂ ਤਸਵੀਰਾਂ ਨੇ ਜਿਸ ਘਰ ਦੀ ਛੱਤ ਵੀ ਡਿੱਗੀ ਹੈ। ਬਾਪ 3 ਸਾਲ ਤੋਂ ਲਗਾਤਾਰ ਮੰਜੇ ਤੇ ਆ। ਨੈਸ਼ਨਲ ਅਵਾਰਡ ਤਾਂ ਧੀ ਨੇ ਲੈ ਲਏ ਆ, ਪਰ ਆਪਣੇ ਘਰ ਦੇ ਵਿੱਚ ਸੁਧਾਰ ਨਹੀਂ ਕੋਈ ਹੋ ਸਕੇ ਉਸ ਧੀ ਕੋ, ਕਿਉਂਕਿ ਉਹ ਸੁਧਾਰ ਕਰੇ ਵੀ ਕਿਸ ਤਰ੍ਹਾਂ? ਬਾਪ ਉਸਦਾ ਕੋਈ ਕਮਾਈ ਨਹੀਂ ਕਰ ਸਕਦਾ, ਮੰਜੇ ਤੇ ਪਿਆ ਵਾ। ਉਸਦੇ ਮਾਮਾ ਜੀ ਹੈ ਸਿਰਫ, ਜਿਹੜੇ ਉਸ ਧੀ ਦੀ ਪਰਵਰਿਸ਼ ਵੀ ਕੀਤੀ, ਜਿਸ ਨੇ 5ਵੀਂ ਕਲਾਸ ਤੋਂ ਲੈ ਕੇ ਉਹਨਾਂ ਨੇ ਆਪਣੇ ਕੋਲ ਰੱਖਿਆ ਅਤੇ ਉਸ ਧੀ ਦੇ ਹਰ ਪੱਖੋਂ ਉਸ ਦਾ ਖਿਆਲ ਰੱਖਿਆ ਅਤੇ ਉਸ ਨੂੰ ਇੱਕ ਚੰਗੇ ਮੁਕਾਮ ਤੱਕ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਉਸ ਧੀ ਵਾਸਤੇ। ਉਸ ਧੀ ਦੇ ਨਾਲ ਗੱਲ ਕਰਦੇ ਆ, ਨਵਦੀਪ ਕੌਰ ਦੇ ਨਾਲ, ਜਿਸ ਨੇ ਕੱਲ੍ਹ ਹੀ ਇੱਕ ਪਟਿਆਲੇ ਤੋਂ ਵੀ ਨੈਸ਼ਨਲ ਅਵਾਰਡ ਲਿਆ, 골ਡ ਮੈਡਲ ਲੈ ਕੇ ਆਈ ਹੈ ਧੀ। ਇਸ ਆਪਣੇ ਭਾਰਤ ਵਾਪਸ ਆਈ, ਪੰਜਾਬ ਦੇ ਵਿੱਚ ਆਪਣੇ ਘਰੇ ਵਾਪਸ ਆਈ ਹੈ। ਘਰ ਦੇ ਵਿੱਚ ਵੀ ਅੱਜ ਖੁਸ਼ੀ ਦਾ ਮਾਹੌਲ ਬਣਿਆ ਵਾ, ਪਰ ਕਿਤੇ ਨਾ ਕਿਤੇ ਉਸ ਧੀ ਦੇ ਅੰਦਰ ਵੀ ਪਛਤਾਵਾ ਹੈ ਕਿ ਉਸਦੇ ਘਰ ਦੇ ਜਿਹੜੇ ਹਾਲਾਤ ਨਹੀਂ ਸੁਧਰ ਰਹੇ, ਉਹ ਕਿਸ ਤਰ੍ਹਾਂ ਸੁਧਰਨਗੇ। ਉਸ ਧੀ ਵਾਸਤੇ ਬੜਾ ਵੱਡਾ ਸਵਾਲ ਆ ਕਿ ਕਿਸ ਤਰ੍ਹਾਂ ਇਹ ਘਰ ਦੇ ਹਾਲਾਤ ਸੁਧਰਨਗੇ। ਬੱਚਾ ਆਪਣਾ ਨਾਮ ਦੱਸਣਾ ਪਹਿਲਾਂ ਸਭ ਤੋਂ, ਤੇ ਆਪਣਾ ਤੁਸੀਂ ਦੱਸਿਓ ਕੀ ਤੁਸੀਂ ਮਤਲਬ ਕਿ ਉਪਲਬਧੀਆਂ ਕੀਤੀਆਂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਨਵਦੀਪ ਕੌਰ ਹੈ ਔਰ ਮੈਂ ਪਿੰਡ ਪ੍ਰਤਾਪਗੜ੍ਹ ਦੀ ਰਹਿਣ ਵਾਲੀ ਹਾਂ। ਮੈਂ 2018 ਵਿੱਚ ਹੋਈ ਹਾਂ ਯੂਥ ਗੇਮਸ, ਜੂਨੀਅਰ ਗੇਮਸ ਨੈਸ਼ਨਲ ਵਿੱਚ ਮੇਰਾ 골ਡ, ਔਰ ਖੇਲੋ ਇੰਡੀਆ ਵਿੱਚ ਵੀ ਮੇਰਾ 골ਡ ਹੈ। ਔਰ ਦੂਸਰੇ ਸਾਲ 2020 ਦੀਆਂ ਗੇਮਸ ਜੋ ਕਿ ਮਹਾਰਾਸ਼ਟਰ ਗੁਹਾਟੀ 'ਚ ਹੋਈਆਂ, ਉਹਨਾਂ 'ਚ ਇੱਕ 'ਚ ਮੇਰਾ ਸਿਲਵਰ ਹੈ, ਇੱਕ 'ਚ ਮੇਰਾ 골ਡ ਹੈ। ਹੁਣ
9 ਅਗਸਤ ਤੋਂ 12 ਅਗਸਤ ਤੱਕ, ਜੋ ਕਿ ਨੈਸ਼ਨਲ ਕੰਪੀਟੀਸ਼ਨ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ NIS ਪਟਿਆਲੇ ਵਿੱਚ ਹੋਇਆ, ਉਹਦੇ ਵਿੱਚ ਮੇਰਾ 골ਡ ਮੈਡਲ ਹੈ ਜੀ। ਬੱਚਾ, ਜਿਸ ਤਰ੍ਹਾਂ ਹੁਣ ਤੁਸੀਂ ਲਗਾਤਾਰ ਇੰਨੀਆਂ ਉਪਲਬਧੀਆਂ ਵੀ ਲੈ ਲਈਆਂ, ਕਿੰਨੀ ਸਾਲ ਤੋਂ ਤੁਹਾਨੂੰ ਇਹ ਸ਼ੌਂਕ ਜਾਗਿਆ ਸੀ, ਖੇਡਾਂ ਵਾਲੇ ਪਾਸੇ ਤੁਹਾਡਾ ਰੁਝਾਨ ਵਧਿਆ? ਸਰ ਮੈਂ ਬਹੁਤ ਛੋਟੀ ਸੀ ਜਦੋਂ ਦਾ ਮੈਨੂੰ ਖੇਡਾਂ ਨਾਲ ਵਿੱਚ ਬਹੁਤ ਦਿਲਚਸਪੀ ਸੀ, ਔਰ ਮੈਂ ਸ਼ੁਰੂ ਤੋਂ ਹੀ ਮੇਰਾ ਇੱਕ ਸੁਪਨਾ ਸੀ ਕਿ ਇੱਕ ਮੈਂ ਵਧੀਆ ਪਲੇਅਰ ਬਣ ਸਕਾਂ। ਮੇਰਾ ਬਚਪਨ ਤੋਂ ਹੀ ਇੱਕ ਸੁਪਨਾ ਸੀ ਕਿ ਮੈਂ ਆਪਣੇ ਇੰਡੀਆ ਵੱਲੋਂ ਖੇਡਾਂ, ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਾਂ। ਲੇਕਿਨ ਘਰ ਦੇ ਹਾਲਾਤ ਵਧੀਆ ਨਾ ਹੋਣ ਕਰਕੇ ਮੈਂ ਇਸ ਚੀਜ਼ ਤੋਂ ਬਹੁਤ ਪਿੱਛੇ ਰਹਿ ਗਈ, ਮਤਲਬ ਅੱਗੇ ਨਹੀਂ ਵੱਧ ਸਕੀ। ਫਿਰ ਘਰ ਦੇ ਹਾਲਾਤ ਦੇਖਦੇ ਹੋਏ ਮੇਰੇ ਮਾਮਾ ਜੀ, ਜੋ ਕਿ ਮੈਨੂੰ ਉਹਨਾਂ ਨੂੰ ਇਹ ਚੀਜ਼ ਦਾ ਅਹਿਸਾਸ ਹੋਇਆ ਕਿ ਇੱਥੇ ਰਹਿ ਕੇ ਇਹ ਨਾ ਤਾਂ ਸਟੱਡੀ ਕਰ ਸਕਦੀ ਹੈ, ਨਾ ਹੀ ਗੇਮ ਕਰ ਸਕਦੀ ਹੈ, ਉਹ ਮੈਨੂੰ ਆਪਣੇ ਨਾਲ ਲੈ ਗਏ ਅਤੇ ਉਹਨਾਂ ਨੇ ਇਹੀ ਚੀਜ਼ ਦਾ ਧਿਆਨ ਰੱਖਦੇ ਹੋਏ ਮੈਨੂੰ ਵਧੀਆ ਸਪੋਰਟ ਕੀਤੀ ਔਰ ਮੈਨੂੰ ਇੱਥੋਂ ਤੱਕ ਪਹੁੰਚਾਇਆ, ਤਾਂ ਜੋ ਅੱਜ ਮੈਂ ਨੈਸ਼ਨਲ ਮੈਡਲ ਆਪਣੇ ਪੰਜਾਬ ਦੇ ਖਾਤੇ 'ਚ ਪਾਇਆ। ਹੁਣ ਤੁਸੀਂ ਕਿਹੜੀ ਕਲਾਸ 'ਚ ਇਸ ਟਾਈਮ, ਕਿਹੜੀ ਕਲਾਸ 'ਚ? ਸਰ ਮੈਂ +2 ਸੀ। ਕੋਈ ਸਰਕਾਰ ਵੱਲੋਂ ਕੋਈ ਮਦਦ ਮਿਲੀ ਹੋਏ? ਕਿਉਂਕਿ ਲੰਬੇ ਸਮੇਂ 2018 ਤੋਂ ਲੈ ਕੇ 3 ਸਾਲ ਹੋ ਗਏ ਨੇ ਲਗਾਤਾਰ ਤੁਹਾਨੂੰ ਕੰਪੀਟੀਸ਼ਨ ਲੜਦੇ ਆ, ਕੋਈ ਸਰਕਾਰ ਵੱਲੋਂ ਕੋਈ ਅਜਿਹਾ, ਪ੍ਰਸ਼ਾਸਨ ਵੱਲੋਂ ਕੋਈ ਅਜਿਹਾ ਤੁਹਾਨੂੰ ਕੋਈ ਦਿੱਤਾ ਗਿਆ ਹੋਏ ਇਨਾਮ ਤੁਹਾਡੇ, ਜਿਸ ਦੇ ਨਾਲ ਘਰ ਦੇ ਹਾਲਾਤ ਸੁਧਰ ਸਕਣ ਥੋੜ੍ਹੇ? ਨਹੀਂ ਸਰ, ਪੰਜਾਬ ਸਰਕਾਰ ਨੇ ਤਾਂ ਮੇਰਾ ਕੋਈ ਕੁਛ ਨਹੀਂ ਸੁਣਿਆ, ਇਹਨਾਂ ਨੇ ਮੈਨੂੰ ਕੋਈ ਫਾਇਦਾ ਨਹੀਂ ਹੋਇਆ, ਮਤਲਬ ਪੰਜਾਬ ਸਰਕਾਰ ਨੇ। ਲੇਕਿਨ ਜਦੋਂ ਖੇਲੋ ਇੰਡੀਆ ਯੂਥ ਗੇਮਸ ਮੇਰਾ 골ਡ ਮੈਡਲ ਸੀ, ਉਸ ਤੋਂ ਬਾਅਦ ਮੋਦੀ ਸਰਕਾਰ ਜੋ ਕੰਪੀਟੀਸ਼ਨ ਖੇਲੋ ਇੰਡੀਆ ਉਹ ਕਰਵਾਉਂਦੇ ਪਏ, ਉਹਨਾਂ ਨੇ 1.5-2 ਸਾਲ ਮੇਰੇ ਅਕਾਊਂਟ ਪਰ ਮੰਥ 10,000 ਰੁਪਇਆ ਜੋ ਕਿ ਮੇਰੀ ਡਾਈਟ ਵਾਸਤੇ ਭੇਜਦੇ ਰਹੇ ਸੀ। ਨਹੀਂ, ਪ੍ਰਧਾਨ ਮੰਤਰੀ ਵੱਲੋਂ ਆਂਦਾ ਰਿਹਾ ਸੀ, ਤੁਹਾਨੂੰ ਦੱਸ ਦਿੱਤਾ। ਹੁਣ ਦੁਬਾਰਾ ਕੋਈ ਉਸ ਤੋਂ ਬਾਅਦ ਕਿੰਨੀ ਕੁ ਦੇਰ ਆਉਂਦੇ ਰਹੇ ਉਹ ਪੈਸੇ? ਹੁਣ ਬੰਦ ਹੋ ਗਏ ਕਿ ਆਂਦੇ ਆ ਜੇ? ਨਹੀਂ, ਉਹ ਬੰਦ ਹੋ ਗਏ ਜੀ। ਕਿੰਨੀ ਦੇਰ ਹੋ ਗਈ ਬੰਦ ਹੋਇਆ? ਕਾਫੀ ਦਸੰਬਰ ਦੇ ਬੰਦ ਹੈ ਜੀ। ਅੱਛਾ, ਮਤਲਬ ਥੋੜੇ ਮਹੀਨੇ ਹੋਏ ਹਜੇ, ਕੁਝ ਹਾਂਜੀ, ਸਮਾਂ ਹੋਇਆ। ਕੁਛ ਸਮਾਂ। ਔਰ ਜਿਸ ਤਰ੍ਹਾਂ ਹੁਣ ਤੁਹਾਡੇ ਫਾਦਰ ਸਾਹਿਬ ਵੀ ਦੇਖਿਆ, ਉਹ ਵੀ ਨਹੀਂ, ਕਮਾਈ ਦੇ ਕੋਈ ਸਾਧਨ ਨਹੀਂ ਹੈਗਾ ਤੁਹਾਡੇ ਘਰ ਦੇ ਵਿੱਚ। ਤੁਸੀਂ ਵੀ ਅਜੇ +2 'ਚ ਪੜ੍ਹਦੇ ਹੋ, ਤੁਸੀਂ ਖੁਦ ਮਾਮਾ ਜੀ ਕੋਲ ਨੇ ਰੱਖਿਆ ਵਾ ਤੁਹਾਨੂੰ, ਕਿਉਂਕਿ ਘਰ ਦੇ ਹਾਲਾਤ ਨਹੀਂ ਇੰਨੇ ਵਧੀਆ ਹੈਗੇ, ਤਾਂ ਹੀ ਉਹਨਾਂ ਨੂੰ ਉੱਥੇ ਲੈ ਕੇ ਜਾਣਾ ਪਿਆ ਵਾ। ਕਿਤੇ ਨਾ ਕਿਤੇ ਇਸ ਗੱਲ ਦਾ ਵੀ ਅਫਸੋਸ ਹੋਣਾ ਆਪਣੇ ਬਾਪ ਵੱਲ ਵੇਖ ਕੇ ਕਿ 3 ਸਾਲ ਤੋਂ ਲਗਾਤਾਰ ਜਿਸ ਦਿਨ ਦੀ ਤੁਸੀਂ ਕੰਪੀਟੀਸ਼ਨ ਦੀ ਲੜ ਰਹੇ ਹੋ, ਉਸ ਦਿਨ ਤੋਂ ਹੀ ਬਾਪ ਲੱਤ ਲੈ ਕੇ ਬੈਠਾ ਵਾ ਮੰਜੇ ਤੇ। ਹਾਂਜੀ ਸਰ, ਬਾਪ ਦੀ ਲੱਤ ਵੱਲ ਦੇਖਦੀ ਹਾਂ ਤਾਂ ਬਹੁਤ ਅਫਸੋਸ ਹੁੰਦਾ ਹੈ ਕਿ ਫਾਦਰ ਸਾਹਿਬ ਸਹੀ ਹੁੰਦੇ, ਸ਼ਾਇਦ ਮੈਨੂੰ ਹੋਰ ਵਧੀਆ ਸਪੋਰਟ ਕਰਦੇ, ਤਾਂ ਜੋ ਮੈਂ ਹੋਰ ਵਧੀਆ ਤਰੱਕੀ ਕਰ ਸਕਦੀ, ਗੇਮ ਵਧੀਆ ਕਰ ਸਕਦੀ। ਪਰ ਘਰ ਦੇ ਹਾਲਾਤ ਥੋੜ੍ਹੇ ਬਹੁਤ ਮਾੜੇ ਹੋਣ ਕਰਕੇ ਫਾਦਰ ਸਾਹਿਬ ਕੰਮ ਨਹੀਂ ਕਰ ਸਕਦੇ। ਮੰਮੀ ਇੱਕ ਛੋਟੇ ਸਕੂਲ 'ਚ ਲੱਗੇ ਨੇ, ਬ੍ਰਦਰ ਵੀ ਛੋਟਾ ਆ, ਅਤੇ ਜਿਸ ਕਰਕੇ ਘਰ ਦੇ ਹਾਲਾਤ ਮਾੜੇ ਆ। ਜਿਸ ਤਰ੍ਹਾਂ ਜਿੱਤਣ ਤੋਂ ਬਾਅਦ ਜਦੋਂ ਤੁਹਾਡੇ ਘਰ ਇੱਥੇ ਪਲੇਅਰ ਆਉਂਦੇ ਹੋਣਗੇ, ਤੁਹਾਡੀਆਂ ਸਖੀਆਂ ਸਹੇਲੀਆਂ ਵੀ ਹੋਣਗੀਆਂ ਨਾਲ, ਪਰ ਕਿਤੇ ਨਾ ਕਿਤੇ ਆਣ ਕੇ ਫੀਲ ਤੇ ਹੁੰਦਾ ਹੋਏਗਾ ਯਾਰ ਮੈਂ ਕਿੱਥੇ ਬਿਠਾਵਾਂ ਇਹਨਾਂ ਨੂੰ, ਕਿਸ ਤਰ੍ਹਾਂ ਕਰਾਂ, ਕਿਉਂਕਿ ਬੈਠਣ ਦੇ ਹਾਲਾਤ ਹੀ ਇੰਨੀ ਘਰ ਦੇ ਵਿੱਚ ਕਿ ਹਰ ਕਮਰੇ ਦੇ ਬਾਲੇ ਦੇ ਨੀਵੇਂ ਹੋਏ ਆ, ਕੋਈ ਪਤਾ ਨਹੀਂ ਕਦੋਂ ਥੱਲੇ ਡਿੱਗ ਪੈਣੇ। ਇੱਕ ਕਮਰੇ ਦੇ ਤਾਂ ਵੈਸੇ ਡਿੱਗੇ ਆ, ਬਾਕੀ 2 ਕਮਰਿਆਂ ਦਾ ਪਤਾ ਨਹੀਂ ਕਦੋਂ ਡਿੱਗ ਪੈਣਾ ਉੱਪਰ। ਹਾਂਜੀ ਸਰ, ਜਦੋਂ ਵੀ ਕਿਤੇ ਕੰਪੀਟੀਸ਼ਨ ਖੇਲ ਕੇ ਆਉਂਦੇ ਹਾਂ, ਬਾਕੀਆਂ ਵੀ ਸਾਡੀਆਂ ਜੋ ਸਾਡੇ ਫਰੈਂਡ ਸਰਕਲ ਵਿੱਚ ਆ, ਅਸੀਂ ਇੱਕ ਦੂਜੇ ਦੇ ਘਰ ਜਾਂਦੇ ਹਾਂ, ਇੱਕ ਦੂਜੇ ਨਾਲ ਬੈਠਦੇ ਹਾਂ, ਟਾਈਮ ਸਪੈਂਡ ਕਰਦੇ ਹਾਂ। ਲੇਕਿਨ ਜਦੋਂ ਮੇਰੇ ਘਰ ਆਉਣ ਦੀ ਗੱਲ ਹੁੰਦੀ ਹੈ ਤਾਂ ਮੈਨੂੰ ਇਹੀ ਸੋਚ ਹੁੰਦੀ ਹੈ ਕਿ ਮੈਂ ਆਪਣੇ ਕੋਚਿਸ, ਆਪਣੇ ਗੇਮਮੇਟ ਕਿੱਥੇ ਬਿਠਾਉਂਗੀ, ਘਰੇ ਬਿਠਾਉਣ ਨੂੰ ਜਗ੍ਹਾ ਨਹੀਂ ਹੈਗੀ, ਮਤਲਬ ਸਾਰੀਆਂ ਛੱਤਾਂ ਖਰਾਬ ਨੇ। ਕੀ ਮੰਗ ਕਰਦੇ ਹੋ ਸਰਕਾਰ ਕੋ, ਪੰਜਾਬ ਸਰਕਾਰ ਕੋ ਕੀ ਮੰਗ ਕਰਦੇ ਹੋ? ਕਿਉਂਕਿ ਹੁਣ ਹਾਲ ਹੀ ਓਲੰਪਿਕ ਗੇਮਾਂ ਦੇ ਵਿੱਚ ਤੁਸੀਂ ਦੇਖਿਆ ਹੀ ਆ ਕਿ ਲੋਕਾਂ, ਜਿਹੜੇ ਬੱਚੇ ਨੇ ਜਿਨ੍ਹਾਂ ਨੇ ਉਪਲਬਧੀਆਂ ਹਾਸਲ ਕੀਤੀਆਂ, ਉਹਨਾਂ ਨੂੰ ਬੜੇ ਬੜੇ ਇਨਾਮ ਦਿੱਤੇ ਗਏ ਨੇ। ਤੁਸੀਂ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਕੋ? ਮੈਂ ਪੰਜਾਬ ਸਰਕਾਰ ਨੂੰ ਇਹੀ ਕਹਿਣਾ ਚਾਹਾਂਗੀ, ਜੋ ਕਿ ਛੋਟੇ ਪਰਿਵਾਰਾਂ ਤੋਂ ਬੱਚੇ ਨੇ, ਜਿਨ੍ਹਾਂ ਦੇ ਅੰਦਰ ਇਹ ਚੀਜ਼ ਨੂੰ ਲੈ ਕੇ ਗੇਮ ਕਰਨ ਦਾ ਸ਼ੌਂਕ ਹੈ, ਜਜ਼ਬਾ ਹੈ, ਉਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕੀਤੀ ਜਾਏ, ਉਹਨਾਂ ਨੂੰ ਫੈਮਿਲੀ ਨੂੰ ਦੇਖਿਆ ਜਾਏ, ਤਾਂ ਜੋ ਗਰੀਬ ਪਰਿਵਾਰ ਦਾ ਬੱਚਾ ਅੱਗੇ ਵੱਧ ਕੇ ਗੇਮ ਕਰੇ। ਜਿੱਥੇ ਅੱਜ ਉਹ ਓਲੰਪਿਕ ਪਲੇਅਰ ਨੇ ਖੜੇ, ਕਿਤੇ ਨਾ ਕਿਤੇ ਬਾਕੀ ਛੋਟੇ ਪਰਿਵਾਰਾਂ ਤੋਂ ਉੱਠੇ ਪਲੇਅਰ ਵੀ ਉੱਥੇ ਪਹੁੰਚ ਸਕਣ। ਨਹੀਂ, ਉਮੀਦ ਤੇ ਹੁੰਦੀ ਹੈ, ਜੇਕਰ ਅੱਜ ਤੁਸੀਂ ਨੈਸ਼ਨਲ ਲੈਵਲ ਤੇ ਖੇਲੇ ਹੋ ਤੇ ਹੋ ਕੀ ਸਕਦਾ ਵਾ, ਮਤਲਬ ਕਿ ਡੈਫੀਨੇਟ ਆ ਕਿ ਅਸੀਂ ਉਸ ਮੁਕਾਮ ਤੱਕ ਪਹੁੰਚ ਸਕਦੇ ਹਾਂ, ਕਿਉਂਕਿ ਜਦੋਂ ਬੰਦਾ ਸੰਘਰਸ਼ ਕਰਦਾ ਜਾਂ ਕੋਸ਼ਿਸ਼ ਕਰਦਾ ਤਾਂ ਉਸ ਮੁਕਾਮ ਨੂੰ ਜ਼ਰੂਰ ਹਾਸਲ ਕਰਦਾ। ਬਿਲਕੁਲ ਸਰ, ਅਗਰ ਜੇ ਘਰੋਂ ਸਪੋਰਟ ਪੂਰੀ ਹੋਏ, ਬੱਚੇ ਨੂੰ ਪੂਰੀ ਡਾਈਟ, ਰੈਸਟ, ਪ੍ਰੋਪਰ ਮਾਈਂਡ ਫਰੈਸ਼ ਹੋਏ, ਤਾਂ ਬੱਚਾ ਬਹੁਤ ਵਧੀਆ ਗੇਮ ਕਰਦਾ ਹੈ। ਅੱਜ ਜੋ ਸਟਾਰ ਬਣੇ ਓਲੰਪਿਕ ਮੈਡਲਿਸਟ ਬੱਚੇ ਨੇ, ਘਰੋਂ ਵਧੀਆ ਹੋਣ ਕਰਕੇ, ਵਧੀਆ ਉਹਨਾਂ ਦੀ ਪਿੱਛੇ ਘਰ ਦੀ ਕੰਡੀਸ਼ਨ ਸਹੀ ਹੋਣ ਕਰਕੇ, ਅੱਜ ਉਹ ਬੱਚੇ ਬਿਲਕੁਲ ਫ੍ਰੀ ਮਾਈਂਡ ਹੋ ਕੇ ਗੇਮ ਕਰਕੇ ਓਲੰਪਿਕ 'ਚ ਮੈਡਲ ਲੈ ਕੇ ਉਹਨਾਂ ਨੇ ਇੰਡੀਆ ਦਾ ਨਾਮ ਰੋਸ਼ਨ ਕੀਤਾ। ਔਰ ਛੋਟੇ ਪਰਿਵਾਰਾਂ ਦੇ ਬੱਚਿਆਂ ਦੇ ਕੁਛ ਨਾ ਇਸੇ ਗੱਲੋਂ ਹੀ ਪਿੱਛੇ ਰਹਿ ਜਾਂਦੇ, ਜੋ ਕਿ ਆਪਣੇ ਘਰ ਦੀਆਂ ਮਜਬੂਰੀਆਂ ਨੂੰ ਦੇਖਦੇ ਅੱਗੇ ਵੱਧ ਨਹੀਂ ਪਾਉਂਦੇ ਔਰ ਵਧੀਆ ਗੇਮ ਨਹੀਂ ਕਰ ਪਾਉਂਦੇ। ਕਈ ਲੜਕੀਆਂ, ਜਿਸ ਤਰ੍ਹਾਂ ਸਮਾਜ ਦੇ ਵਿੱਚ ਦੇਖਦੇ ਹਾਂ ਅਸੀਂ ਅਕਸਰ, ਕਈ ਲੜਕੀਆਂ ਗਲਤ ਰਾਹ ਚੁਣ ਲੈਂਦੀਆਂ, ਗਲਤ ਰਾਹ ਜਾਂਦੀਆਂ ਵਾ। ਕੀ ਮੈਸੇਜ ਦਿੰਦੇ ਹੋ ਅਜਿਹੀਆਂ ਲੜਕੀਆਂ ਨੂੰ, ਅਜਿਹੀਆਂ ਧੀਆਂ ਨੂੰ? ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਅੱਗੇ ਵਧੋ, ਗੇਮ ਕਰੋ, ਕਿਉਂਕਿ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਆ, ਆਪਾਂ ਕਿਸੇ ਨਾਲੋਂ ਵੀ ਘੱਟ ਨਹੀਂ ਆ। ਆਪਾਂ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨਾ, ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰਨਾ ਹੈ, ਵੱਧ ਤੋਂ ਵੱਧ ਆਪਣੀ ਗੇਮ ਨੂੰ ਅੱਗੇ ਲੈ ਕੇ ਜਾਣਾ ਹੈ, ਬਸ ਜੀ। ਬਿਲਕੁਲ ਜੀ, ਉਸ ਧੀ ਨੇ ਵੀ ਮੈਸੇਜ ਵਧੀਆ ਦਿੱਤਾ। ਉਹਨਾਂ
ਅੱਗੋਂ ਜਿਹੜੀ ਆਪਣੀ ਜਿਹੜੀ ਨੌਜਵਾਨ ਹੈਗੀ ਹੈ ਪੀੜ੍ਹੀ ਹੈ ਉਸ ਨੂੰ ਇੱਕ ਵਧੀਆ ਸਮਾਜ 'ਚ ਮੈਸੇਜ ਦਿੱਤਾ ਵਾ ਕਿ ਸਾਨੂੰ ਇੱਕ ਕੋਈ ਅਜਿਹਾ ਕੋਈ ਖੇਲਾਂ ਦੇ ਵਿੱਚ ਜ਼ਰੂਰੀ ਨਹੀਂ ਕਿ ਵੇਟ ਲਿਫਟਿੰਗ ਹੀ ਚੁਣਨੀ ਹੈ, ਕੋਈ ਅਜਿਹਾ ਖੇਡ ਚੁਣਨੀ ਚਾਹੀਦੀ ਹੈ ਜਿਸ ਦੇ ਨਾਲ ਅਸੀਂ ਪੰਜਾਬ ਦਾ ਨਾਮ ਰੋਸ਼ਨ ਕਰ ਸਕੀਏ। ਉਸ ਪਿਤਾ ਨਾਲ ਉਸ ਬਾਪ ਨਾਲ ਵੀ ਗੱਲ ਕਰਦੇ ਹਾਂ ਜਿਹੜੇ ਲਗਾਤਾਰ ਸ਼ੂਗਰ ਦੇ ਨਾਲ ਅਤੇ ਆਪਣੇ ਜਿਹੜਾ ਪੈਰ ਉਹਨਾਂ ਦਾ ਖਰਾਬ ਹੋਇਆ ਉਸ ਦੇ ਨਾਲ ਮੰਜੇ 'ਤੇ ਪਏ ਨੇ ਤੇ ਅਸਮਰਥ ਨੇ ਹਰ ਪੱਖੋਂ, ਕਿਉਂਕਿ ਉਹਨਾਂ ਦੀ ਮਾਂ ਦੱਸਿਆ ਉਸ ਧੀ ਨੇ ਕਿ ਉਹਨਾਂ ਦੀ ਮਾਂ ਵਾ 1700 ਰੁਪਏ ਦੇ ਵਿੱਚ ਇੱਕ ਕੁੱਕ ਦਾ ਕੰਮ ਕਰਦੇ ਨੇ ਗਵਰਨਮੈਂਟ ਸਕੂਲ ਦੇ ਵਿੱਚ। 1700 ਰੁਪਈਆ ਉਹਨਾਂ ਨੂੰ ਮਿਲਦਾ, ਕੱਚਿਆਂ 'ਚ ਲੱਗੇ ਨੇ, ਪਰ ਉਹ 1700 ਦੇ ਨਾਲ ਆਪਣੇ ਘਰ ਵਾਲੇ ਦਾ ਇਲਾਜ ਕਰਾਉਣ ਜਾਂ ਉਹਨਾਂ ਦੀ ਦਵਾਈ ਲੈਣ ਤੇ ਜਾਂ ਫਿਰ ਆਪਣੇ ਘਰ ਦਾ ਗੁਜ਼ਾਰਾ ਕਰਨ। ਬੜੇ ਵੱਡਾ ਉਹਨਾਂ ਵਾਸਤੇ ਸਵਾਲ ਬਣਿਆ, ਪਰਿਵਾਰ ਵਾਸਤੇ ਬੜੀ ਮੁਸ਼ਕਲ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਣ ਡਿਆ। ਗੱਲਬਾਤ ਕਰਦੇ ਹਾਂ ਉਸ ਪਿਤਾ ਨਾਲ ਕਿ ਕਿਸ ਤਰ੍ਹਾਂ ਦਾ ਅੱਜ ਮਹਿਸੂਸ ਹੋ ਰਿਹਾ ਉਹਨਾਂ ਦੀ ਧੀ ਨੇ ਅੱਜ ਜਿਹੜਾ 골ਡ ਮੈਡਲ ਲੈ ਕੇ ਆਏ ਨੇ ਪੰਜਾਬ 'ਚ। ਬਹੁਤ ਖੁਸ਼ੀ ਆਈ ਸਾਨੂੰ ਇਹ ਗੱਲ ਦੀ, 골ਡ ਮੈਡਲ ਸਾਡੀ ਧੀ ਲੈ ਕੇ ਆਈ ਆ। ਤੇ ਹੋਰ ਆਪਣੇ ਕੋਈ ਉਹਨਾਂ ਦੀ ਕੋਈ ਆਪਾਂ ਗਰੀਬ ਬੰਦੇ ਆ, ਸਾਡੇ ਕੋਲ ਪੈਸਾ ਨਹੀਂ ਆ ਉਹਦੇ ਲਾਉਣ ਵਾਸਤੇ ਸਾਡੇ ਕੋਲ, ਤੇ ਸਰਕਾਰ ਥੋੜ੍ਹੀ ਮਦਦ ਕਰੇ ਤੇ ਆਪੇ ਉਹ 골ਡ ਮੈਡਲ ਬਾਹਰਲੇ ਮੁਲਕਾਂ 'ਚ ਵੀ ਲੈ ਕੇ ਆ ਸਕਦੀ ਹੈ। ਬਿਲਕੁਲ ਜੀ, ਉਸ ਬਾਪ ਨੂੰ ਜਿੰਨਾ ਕੁ ਚਲੋ ਪਤਾ ਵਾ, ਜਿੰਨੀ ਕੁ ਸਮਝ ਆ, ਉਸ ਬਾਪ ਨੇ ਤਾਂ ਗੱਲ ਕੀਤੀ ਹੈ। ਖੁਸ਼ੀ ਆ ਜੋ ਉਸ ਬਾਪ ਨੂੰ ਉਸ ਦਾ ਵੀ ਪਿੰਡ ਦੇ ਵਿੱਚ ਸਿਰ ਉੱਚਾ ਕੀਤਾ। ਉਸ ਧੀ ਨੇ 골ਡ ਮੈਡਲ ਲੈ ਕੇ ਆਈ ਹੈ, ਅੱਜ ਉਸ ਧੀ ਨੇ ਸਿਰ ਉੱਚਾ ਕਰਦਾ। ਉਸ ਮਾਮੇ ਨੇ ਬੜੀ ਤਪੱਸਿਆ ਕੀਤੀ ਉਸ ਧੀ ਦੇ ਮਾਮੇ ਜਗਦੇਵ ਰਾਜ ਨਾਲ ਵੀ ਗੱਲ ਕਰਦੇ ਆ, ਜਿਸ ਨੇ 5 ਸਾਲ ਤੋਂ ਉਸ ਧੀ ਨੂੰ ਨਾਲ ਰੱਖਿਆ ਵਾ ਤੇ ਬੜੀ ਹੀ ਤਪੱਸਿਆ ਕੀਤੀ ਹੈ, ਕਿਉਂਕਿ ਆਪ ਵੀ ਇੱਕ ਸਪੋਰਟਸਮੈਨ ਰਹੇ ਨੇ, ਆਪ ਵੀ ਕੋਈ ਖੇਡਾਂ ਕੱਢਦੇ ਸੀ। ਉਸ ਦੇ ਨਾਲ ਉਹਨਾਂ ਨੂੰ ਥੋੜ੍ਹਾ ਜਿਹਾ ਉਸ ਧੀ ਨੂੰ ਜਾਗਰੂਕ ਕੀਤਾ, ਉਤਸ਼ਾਹ ਦਿੱਤਾ ਅਤੇ ਉਸ ਧੀ ਨੂੰ ਖੇਡਾਂ ਦਾ ਮਿਆਰ ਉਹਦਾ ਟੁੱਟਣ ਨਹੀਂ ਦਿੱਤਾ। ਉਸ ਨੂੰ ਲਗਾਤਾਰ ਉਸੇ ਪੀੜ੍ਹੀ 'ਤੇ ਚੱਲਣ ਲਈ ਮਜਬੂਰ ਕੀਤਾ ਕਿ ਅੱਜ ਤੈਨੂੰ ਕੋਈ ਨਾ ਕੋਈ ਕਾਮਯਾਬੀ ਹਾਸਲ ਕਰਵਾ ਕੇ ਛੱਡਣੀ ਹੈ। ਤੇ ਪਰ ਅੱਜ ਉਸ ਮਾਮੇ ਨੇ ਕਰਵਾ ਦਿੱਤੀ ਹੈ। ਕਿੰਨੀ ਖੁਸ਼ੀ ਹੈ ਉਸ ਮਾਮੇ ਨੂੰ? ਬਹੁਤ ਜ਼ਿਆਦਾ ਖੁਸ਼ੀ ਹੈ ਜੀ, ਔਰ ਪਲੇਅਰਾਂ ਵਾਸਤੇ ਇੱਕ ਮੈਸੇਜ ਵੀ ਹੈ ਕਿ ਹੁਣ ਮੈਂ ਦੇਖਣ 'ਚ ਆ ਰਿਹਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਪਲੇਅਰ ਜਿਹੜੇ ਨੇ ਨਸ਼ਾ ਕਰਨਾ ਸ਼ੁਰੂ ਕਰਤਾ ਔਰ ਨਸ਼ੇ ਦੇ ਦਮ 'ਤੇ ਖੇਡਦੇ ਆ। ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਨਸ਼ੇ ਤੋਂ ਦੂਰ ਰਹੋ ਔਰ ਨੈਚੁਰਲ ਗੇਮ ਕਰੋ। ਨੈਚੁਰਲ ਗੇਮ ਅਸਲੀ ਗੇਮ ਆ। ਨੈਚੁਰਲ ਗੇਮ ਕਰੋਗੇ ਤੇ ਵਧੀਆ ਤਰੀਕੇ ਨਾਲ ਅੱਗੇ ਵਧੋਗੇ ਔਰ ਆਪਣੇ ਆਪ 'ਤੇ ਮਾਣ ਹੋਏਗਾ ਕਿ ਆਪਣੇ ਦਮ ਨਾਲ ਗੇਮ ਕੀਤੀ, ਆਪਣੇ ਸਰੀਰ ਨਾਲ ਗੇਮ ਕੀਤੀ। ਜਿਸ ਤਰ੍ਹਾਂ ਹੁਣ ਧੀ ਨੇ ਦੱਸਿਆ ਵਾ, ਜਦੋਂ 5ਵੀਂ ਕਲਾਸ 'ਚ ਪੜ੍ਹਦੇ ਸੀ, ਜਦੋਂ ਤੁਸੀਂ ਉਸ ਨੂੰ ਲੈ ਕੇ ਜਾਂਦੇ ਹੋ, ਕਦੀ ਕਿਤੇ ਲੈ ਕੇ ਕਦੀ ਕਿਸੇ ਸ਼ਹਿਰ ਲੈ ਜਾਂਦੇ ਹੋ, ਪਰ ਤੁਹਾਡੇ ਵਾਸਤੇ ਵੀ ਤੁਹਾਡਾ ਵੀ ਆਪਣਾ ਪਰਿਵਾਰ, ਆਪਣੇ ਬੱਚੇ ਆ, ਪਰ ਬੜੀ ਮੁਸ਼ਕਲ ਉਸ ਟਾਈਮ ਨਿਕਲ ਕੇ ਘਰੋਂ ਜਾਣਾ, ਕੰਮਕਾਜ ਵੀ ਕਰਨਾ, ਆਪਣਾ ਵੀ ਪਰਿਵਾਰ ਪਾਲਣਾ, ਇਸ ਧੀ ਨੂੰ ਵੀ ਡਾਈਟਿੰਗ ਦਾ ਖਿਆਲ ਰੱਖਣਾ ਬੜਾ ਵੱਡਾ ਇੱਕ ਤੁਹਾਡੇ ਵਾਸਤੇ ਸਵਾਲ ਹੈ। ਸਰ, ਮੈਂ ਅੱਜ ਤੱਕ ਰੈਸਟ ਨਹੀਂ ਕੀਤੀ। ਜਿਸ ਤਰ੍ਹਾਂ ਲੋਕੀ ਦੁਕਾਨ ਤੋਂ ਛੁੱਟੀ ਕਰ ਲੈਂਦੇ ਆ ਨਾ ਕਿ ਛੱਡ ਯਾਰ ਅੱਜ ਮੈਨੂੰ ਬੁਖਾਰ ਹੋਇਆ, ਮੈਂ ਦੁਕਾਨ ਤੋਂ ਛੁੱਟੀ ਕਰ ਲਾਂਗਾ, ਜਾਂ ਮੈਂ ਅੱਜ ਠੀਕ ਨਹੀਂ। ਮੰਨ ਲਓ ਮੈਨੂੰ ਫੀਵਰ ਵੀ ਆ ਨਾ, ਮੈਂ ਇੱਕ ਡੋਜ਼ ਲਈ ਹੈ ਅਤੇ ਦੁਕਾਨ 'ਤੇ ਜਾ ਕੇ ਬੈਠ ਗਿਆ। ਮੰਨ ਲਓ ਮੇਰਾ BP ਲੋ ਹੋਇਆ ਜਾਂ ਕੁਛ ਵੀ ਹੋਇਆ ਨਾ, ਮੈਂ ਕੰਮ ਕੀਤਾ, ਮੈਂ ਕੰਮ ਨੂੰ ਹੀ ਪੂਜਾ ਮੰਨਿਆ, ਕੰਮ ਕੀਤਾ ਔਰ ਕੰਮ ਦੇ ਨਾਲ ਇਸ ਬੇਟੀ ਉੱਤੇ ਜਿੰਨਾ ਮੈਂ ਕਰ ਸਕਦਾ ਸੀ ਪੂਰਾ ਆਪਣਾ ਧਿਆਨ ਕੇਂਦਰਿਤ ਕਰਕੇ ਔਰ ਜਿੰਨਾ ਪੈਸਾ ਲਾ ਸਕਦਾ ਸੀ ਮੈਂ ਲਾਇਆ। ਔਰ ਗਾਂ ਵੀ ਇਸ ਬੇਟੀ ਨੂੰ ਔਰ ਸਾਰੇ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਸ ਬੇਟੀ ਦੀ ਜਿੰਨੀ ਹੋ ਸਕੇਗੀ ਮਰਤੇ ਦਮ ਤੱਕ ਮੈਂ ਇਹਨੂੰ ਉੱਪਰ ਓਲੰਪਿਕ ਤੱਕ ਲੈ ਕੇ ਜਾਵਾਂਗਾ। ਮੇਰਾ ਸੁਪਨਾ ਹੈ ਕਿ ਬੇਟੀ ਓਲੰਪਿਕ ਖੇਡੇ ਔਰ ਪੂਰੇ ਭਾਰਤ ਔਰ ਪੂਰੇ ਪੰਜਾਬ ਦਾ ਨਾਂ ਜਿਹੜਾ ਰੋਸ਼ਨ ਕਰੇ। ਘਰ ਦੇ ਹਾਲਾਤ ਅਸੀਂ ਦੇਖੇ ਐਡੇ ਵਧੀਆ ਨਹੀਂ ਹੈਗੇ, ਬੜੇ ਮਤਲਬ ਅਜੀਬੋ ਗਰੀਬ ਆ, ਬੜੇ ਪੱਤਰ ਜਿਹੇ, ਇੱਕ ਕਮਰੇ ਦੇ ਬਾਲੇ ਨੀਵੇਂ ਹੋਏ ਆ, ਇੱਕ ਦੇ ਵੈਸੇ ਡਿੱਗੇ ਆ, ਇੱਕ ਦੇ ਡਿੱਗਣ ਦੇ ਹਾਲਾਤ ਬਣੇ ਨੇ ਬੜੇ ਮਤਲਬ ਕੋਈ ਵੀ ਕਮਰਾ ਬੈਠਣ ਦੇ ਲਾਇਕ ਨਹੀਂ ਹੈਗਾ ਕਿ ਬੰਦਾ ਕਿਤੇ ਵੀ ਬੈਠ ਸਕਦਾ, ਕਿਉਂਕਿ ਜੇ ਬੈਠਦਾ ਵਾ ਤਾਂ ਜਾਨ ਨੂੰ ਵੀ ਇੱਕ ਜੋਖਿਮ ਆ, ਕਿ ਜਾਨ ਨੂੰ ਜੋਖਿਮ 'ਚ ਪਾ ਕੇ ਬੈਠਣ ਵਾਲੀ ਗੱਲ ਆ। ਦੇਖੋ, ਮੈਂ ਨਾ ਥੋੜ੍ਹਾ ਅਸਮਰਥ ਹੋ ਗਿਆ ਸੀ। ਇਹਨਾਂ ਦਾ ਇੱਕ ਬੇਟਾ ਵੀ ਮੇਰੇ ਕੋਲ ਰਹਿੰਦਾ ਸੀ, ਦੀਦੀ ਦਾ, ਔਰ ਉਹਦੀ ਮੈਰਿਜ ਕੀਤੀ, ਫਿਰ ਉਹਨੂੰ 4 ਕਮਰਲੇ ਥਾਂ ਲੈ ਕੇ ਦਿੱਤਾ ਔਰ ਕੁਝ ਪੈਸੇ ਹੋਰ ਵੀ ਮੇਰੇ ਨੂੰ ਨਾਲ ਦਿੱਤੇ, 2.25 ਲੱਖ, ਔਰ ਉਹਨੂੰ ਵੀ ਡਿਵੈਲਪ ਕੀਤਾ ਮੈਂ। ਔਰ ਮੈਨੂੰ ਮਾਰ-ਬਾਰ ਇਹੀ ਗੱਲ ਮਾਰਦੀ ਸੀ ਕਿ ਬਾਲਾ ਗਿਰ ਗਿਆ, ਕਿਸੇ ਦੇ ਸਿਰ 'ਚ ਵੱਜ ਗਿਆ, ਬ੍ਰੇਨ ਹੈਮਰੇਜ ਜਾਂ ਸਿਰ 'ਚ ਕੋਈ ਸੱਟ ਲੱਗ ਗਈ ਤਾਂ ਉਹ ਕਿਸ ਤਰ੍ਹਾਂ ਬੰਦਾ ਕਿੱਥੋਂ ਲੱਭਾਂਗੇ। ਦੀਦੀ ਦੇ ਲੱਗ ਗਈ, ਦੇਖੋ ਜਵਾਨ ਮੁੰਡਾ ਜਾਂ ਕਿਸੇ ਦੇ 80 ਸਿਰ 'ਚ ਆ ਗਈ, ਬਾਲਾ ਆ ਗਿਆ। ਇਹ ਗੱਲ ਮੈਨੂੰ ਖਾਂਦੀ ਸੀ ਬੜੀ, ਔਰ ਮੈਂ ਪਰੇਸ਼ਾਨ ਵੀ ਰਹਿੰਦਾ ਹਾਂ ਕਿ ਮੇਰੀ ਭੈਣ ਇਸ ਹਾਲਾਤ 'ਚ ਰਹਿ ਰਹੀ ਹੈ, ਪਰ ਮੈਂ ਅਸਮਰਥ ਸਾਂ, ਕਿਉਂਕਿ ਮੈਂ ਬੇਟੀ ਵਾਲ ਵੀ ਵੇਖਦਾ ਹਾਂ, ਉਸ ਬੇਟੇ ਵਾਲ ਵੀ ਵੇਖਦਾ ਹਾਂ। ਅਤੇ ਜਿੰਨੀ ਮੇਰੇ ਕੋਲ ਮਦਦ ਹੁੰਦੀ ਸੀ, ਕਦੀ ਆਉਣਾ 500 ਫੜਾ ਕੇ, ਕਦੀ 1000 ਫੜਾ ਕੇ ਦੀਦੀ ਨੂੰ, ਮੈਂ ਜਿੰਨਾ ਮੇਰਾ ਹੋ ਸਕਿਆ ਦੀਦੀ ਨੂੰ ਕੀਤਾ। ਲੇਕਿਨ ਮੈਨੂੰ ਡਰ ਇਹੀ ਰਹਿੰਦਾ ਸੀ ਕਿ ਕਿਤੇ ਕੋਈ ਬਾਲਾ ਗਿਰ ਕੇ ਇਹਨਾਂ ਦੇ ਸਿਰ 'ਚ ਨਾ ਵੱਜੇ, ਮਿਸ ਹੈਪਨਿੰਗ ਨਾ ਕੋਈ ਹੋ ਜਾਏ। ਕਿੰਨੇ ਭਰਾ ਹੋ ਤੁਸੀਂ? ਦੇਖੋ ਜੀ, ਅਸੀਂ 2 ਭਰਾ ਸਾਂ, ਇੱਕ ਭੈਣ ਆ ਸਾਡੀ, ਇਹੀ ਸਿੰਗਲ ਭੈਣ ਆ। ਔਰ ਤੁਹਾਨੂੰ ਮੈਂ ਹਾਸੇ ਵਾਲੀ ਗੱਲ ਦੱਸਣਾ ਛੋਟੀ ਜੀ ਕਿ ਡੈਡੀ ਜਦੋਂ ਦੁਕਾਨ ਤੋਂ ਆਉਂਦੇ ਸੀ ਨਾ, ਸਾਡੇ ਵਾਸਤੇ ਬਿਸਕੁਟ, ਇਹਦੇ ਵਾਸਤੇ ਬਰਫੀ ਲੈ ਕੇ ਆਉਂਦੇ ਸੀ। ਬੰਦਾ
ਫੈਸਿਲਿਟੀ ਦੇ ਸਕਦਾ। ਪਰ ਅੱਜ ਉਸ ਟਾਈਮ ਦਾ ਵੇਖੋ, ਅੱਜ ਉਹ ਵੀ ਕਿਤੇ ਭੈਣ ਤੁਹਾਡੀ ਪਛਤਾਉਂਦੀ ਹੋਏਗੀ ਕਿ ਮੈਂ ਉਸ ਟਾਈਮ ਆਪਣੇ ਜਦੋਂ ਪੇਕੇ ਘਰ ਸੀ ਉਦੋਂ ਮੇਰਾ ਬਾਪ ਮੇਰੇ ਵਾਸਤੇ ਬਰਫੀ ਲੈ ਕੇ ਆਂਦਾ ਸੀ, ਮੇਰੇ ਭਰਾਵਾਂ ਨੂੰ ਬਿਸਕੁਟ ਦਿੰਦਾ ਸੀ, ਪਰ ਅੱਜ ਉਹ ਭੈਣ ਵਿਚਾਰੀ ਬਿਸਕੁਟਾਂ ਦੇ ਮਜਬੂਰ ਆ ਤੇ ਭਰਾ ਬਰਫੀ ਨੂੰ ਖਾ ਰਹੇ ਨੇ। ਦੇਖੋ ਕੁਝ ਬੰਦੇ ਤੇ ਅੱਥਰੂ ਨਾਲ ਰੋ ਲੈਂਦੇ ਨੇ ਔਰ ਕੁਝ ਬੰਦੇ ਅੰਦਰ ਹੁੰਦੇ ਨੇ। ਮੈਂ ਉਹਦੇ ਮੂੰਹ ਤੇ ਨਹੀਂ ਕਹਿੰਦਾ, ਲੇਕਿਨ ਮੈਨੂੰ ਆਪਣੀ ਸਿਸਟਰ ਵੱਲ ਵੇਖ ਕੇ ਕਈ ਵਾਰ ਰੋਣ ਨਿਕਲਦਾ ਕਿ ਇਹ ਕੀ ਸੀ। ਇੱਕ ਰਾਣੀ ਟਾਈਪ ਪਲਦੀ ਸੀ ਪਹਿਲਾਂ, ਹੁਣ ਦਾਸੀ ਟਾਈਪ ਵੀ ਨਹੀਂ ਰਹੀ ਹੈ। ਤੁਸੀਂ ਦੱਸੋ 1500 ਰੁਪਏ ਦਾ ਤੇ ਇੱਕ ਤੋੜਾ ਖੰਡ ਦਾ ਹੁੰਦਾ ਔਰ ਕਈ ਘਰਾਂ 'ਚ ਤੋੜਾ ਖੰਡ ਦਾ 1 ਮਹੀਨੇ 'ਚ ਲੱਗ ਜਾਂਦਾ। ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਕਿ ਜੇ ਚਲੋ ਅਸੀਂ ਥੋੜ੍ਹੀ ਬਹੁਤੀ ਹੈਲਪ ਕਰਨੇ ਆ, ਲੇਕਿਨ ਇਹ ਮੇਰੀ ਭੈਣ ਦੀ ਕੁਰਬਾਨੀ ਹੈ ਕਿ ਇਹ ਥੋੜ੍ਹੇ ਪੈਸਿਆਂ 'ਚ ਗੁਜ਼ਾਰਾ ਕਰਕੇ ਪੂਰਾ ਪਰਿਵਾਰ ਪਾਲਦੀ ਹੈ। ਕਿਉਂਕਿ ਜੀਜਾ ਜੀ ਦੇ ਲੱਤ ਖਰਾਬ ਹੋਈ ਨੂੰ 3.5-4 ਸਾਲ ਦੇ ਕਰੀਬ ਹੋ ਗਏ ਆ। ਮੈਂ ਤਾਂ ਮਾਲਕ ਦੀ ਦਇਆ ਸਮਝਣਾ ਕਿ ਮਾਲਕ ਹੀ ਕਰੀ ਜਾ ਰਿਹਾ ਜੇ। ਇਹਨਾਂ ਤੇ ਉਹ ਸ਼ੇਰ ਟੁਕਦਾ ਜੀ, मिटा दे अपनी हस्ती को अगर मर्तबा चाहे कि दाना खाक में मिलकर गुले गुलजार होता है। मिट्टी 'ਚ ਮਿਲ ਗਈ ਸਾਡੀ ਭੈਣ। ਮੁਕੱਦਰਾਂ ਤੇ ਗੱਲ ਮੁੱਕਦੀ ਫੇਰ ਆਣ ਕੇ ਕਿਸਮਤ ਤੇ ਗੱਲ ਮੁੱਕਦੀ ਹੈ। ਵੇਖੋ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ। ਮੁਕੱਦਰਾਂ ਤੇ ਗੱਲ ਮੁੱਕਦੀ ਹੈ ਤੇ ਮੁਕੱਦਰ ਜਿਹੜੇ ਜ਼ੋਰਾਵਰ ਹੁੰਦੇ ਨੇ, ਮੁਕੱਦਰ ਰਾਜਾ ਵੀ ਬਣਾ ਸਕਦੇ ਨੇ ਤੇ ਭਿਖਾਰੀ ਬਣਾ ਸਕਦੇ ਨੇ। ਬਾਕੀ ਹੁਣ ਵੀ ਮੇਰੀ ਕੰਡੀਸ਼ਨ ਫੇਰ ਉਹੀ ਆ, ਹੁਣ ਵੀ ਮੈਂ ਜਿੰਨੀ ਹੁੰਨੀ ਆਪਣੀ ਭੈਣ ਦੀ ਮਦਦ ਕਰਦਾ ਵਾਂ ਔਰ ਇਹਨਾਂ ਦੇ ਬੱਚੀ ਨੂੰ ਵੀ ਵੇਖਦਾ, ਇਹਨਾਂ ਦੇ ਦੂਸਰਾ ਬੱਚਾ ਉਹਨੂੰ ਵੇਖਣਾ ਔਰ ਆਪਣੇ ਪਰਿਵਾਰ ਨੂੰ ਵੇਖਣਾ। ਔਰ ਉਸ ਮਾਲਕ ਦਾ ਸਭ ਤੋਂ ਵੱਡਾ ਧੰਨਵਾਦ ਆ ਕਿ ਜਿਨੇ ਸਾਰੇ ਪਰਿਵਾਰ ਨੂੰ ਚਲਾਉਣ ਵਾਸਤੇ ਮੈਨੂੰ ਚੁਣਿਆ ਵਾ ਔਰ ਮੈਂ ਬਹੁਤ ਖੁਸ਼ ਹਾਂ। ਬਿਲਕੁਲ ਜੀ, ਅੱਜ ਉਸ ਭਰਾ ਨੂੰ ਵੀ ਫਖਰ ਆ ਕਿਤੇ ਨਾ ਕਿਤੇ। ਚਲੋ ਉਹ ਆਪਣੀ ਭੈਣ ਨੂੰ ਉਹਨਾਂ ਦੱਸਿਆ ਕਿ ਸਾਡੇ ਦੋਨਾਂ ਭਰਾਵਾਂ ਦੀ ਇੱਕੋ ਭੈਣ ਸੀ। ਉਸ ਭੈਣ ਵਾਸਤੇ ਦੋਨੇ ਭਰਾ ਵੱਧ ਚੜ੍ਹ ਕੇ ਉਸ ਦਾ ਕਰਦੇ ਨੇ ਪਰਵਿਸ਼, ਉਹਦਾ ਹੱਥ ਸੌਖਾ ਕਰਦੇ ਨੇ ਕਿ ਕਿਸੇ ਤਰ੍ਹਾਂ ਸਾਡੀ ਭੈਣ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਆਵੇ। ਪਰ ਪਰਮਾਤਮਾ ਨੂੰ ਕਿਤੇ ਕਿਤੇ ਉਹ ਮਾਂ ਨਵਦੀਪ ਕੌਰ ਦੀ ਕੋਸਦੀ ਹੋਣੀ ਹੈ ਕਿ ਮੇਰੀ ਧੀ ਐਡੀ ਹੋਣਹਾਰ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਜਾਂ ਸਰਕਾਰਾਂ ਵੱਲੋਂ ਕੋਈ ਅਜਿਹਾ ਉਪਰਾਲਾ ਨਹੀਂ ਉਸ ਧੀ ਵਾਸਤੇ ਕੀਤਾ ਗਿਆ ਜਾਂ ਸਾਡੇ ਪਰਿਵਾਰ ਵਾਸਤੇ ਨਹੀਂ ਕੀਤਾ ਗਿਆ ਤਾਂ ਜੋ ਸਾਡਾ ਵੀ ਜੀਵਨ ਇੱਕ ਵਧੀਆ ਤਰੀਕੇ ਨਾਲ ਬਤੀਤ ਹੋ ਸਕੇ। ਕਿਸ ਤਰ੍ਹਾਂ ਦਾ ਲੱਗਦਾ ਅੱਜ ਮਾਤਾ ਜੀ ਕਿ ਧੀ ਅੱਜ ਤੁਹਾਡੀ ਇੱਕ 골ਡ ਮੈਡਲ ਲੈ ਕੇ ਆਈ? ਵਧੀਆ ਲੱਗਦਾ, ਬਹੁਤ ਵਧੀਆ ਲੱਗਦਾ ਕਿ ਸਾਰੇ ਪਿੰਡ ਵਿੱਚ, ਸਾਰੇ ਆਲ ਇੰਡੀਆ 'ਚ ਬਹੁਤ ਵਧੀਆ ਲੱਗਦਾ ਕਿ ਜਿੱਤ ਕੇ ਆਈ, 골ਡ ਮੈਡਲ ਲਿਆ। ਇੰਡੀਆ ਲੈਵਲ ਤੇ ਖੇਲੀ ਹੈ, ਕੱਲ ਨੂੰ ਫਿਰ 올림픽 ਗੇਮਾਂ ਵੀ ਖੇਲੇਗੀ, ਪੂਰੇ ਵਰਲਡ ਦੇ ਵਿੱਚ ਇਸ ਦਾ ਨਾਮ ਹੋਏਗਾ। ਨਵਦੀਪ ਕੌਰ ਜਿੱਦਾਂ ਅੱਜ ਬਾਕੀ ਬੱਚਿਆਂ ਦਾ 올림픽 ਗੇਮਾਂ 'ਚ ਹੋਇਆ। ਹਾਂਜੀ, ਵਧੀਆ ਗੱਲ ਜੀ। ਇਹੋ ਜਿਹੀਆਂ ਬੇਟੀਆਂ ਕਿਸਮਤ ਵਾਲੀ ਮਾਂ ਨੂੰ ਮਿਲਦੀਆਂ ਜੀ। ਵਧੀਆ ਜਿਹੜਾ ਖੇਡਣ ਡਈ ਹੈ, ਨਾਂ ਰੋਸ਼ਨ ਕਰਨ ਡਈ ਆਪਣੇ ਜੀਆਂ ਦਾ, ਆਪਣੇ ਸਾਰੇ ਆਲ ਇੰਡੀਆ ਦਾ, ਪੰਜਾਬ ਦਾ। ਜਿਸ ਤਰ੍ਹਾਂ ਹੁਣ ਘਰ ਦਾ ਗੁਜ਼ਾਰਾ ਤੁਹਾਡਾ ਉਸ ਧੀ ਨੇ ਦੱਸਿਆ ਸੀ ਕਿ 1700 ਰੁਪਏ 'ਚ ਮੇਰੀ ਮੰਮੀ ਕਿਸੇ ਸਕੂਲ ਦੇ ਵਿੱਚ ਪ੍ਰਾਈਵੇਟ ਕੁੱਕ ਦਾ ਕੰਮ ਕਰਦੇ, ਕਿੱਦਾਂ ਉਹ 1700 ਰੁਪਏ ਦੇ ਨਾਲ ਘਰ ਦਾ ਫਿਰ ਗੁਜ਼ਾਰਾ ਚੱਲ ਜਾਂਦਾ ਸਾਰਾ? ਇਦਾਂ ਹੀ ਹੈ, ਜੇ ਥੋੜਾ ਬਹੁਤਾ ਕਿਸੇ ਵੇਲੇ ਰੋਟੀ ਬਚ ਜਾਂਦੀ ਹੈ, ਲੈ ਆਈਦੀ ਹੈ, ਉਹ ਖਾ ਲਈਦੀ ਹੈ ਤੇ ਮਾੜਾ ਚੰਗਾ ਟਾਈਮ ਕੱਢ ਲਈਦਾ। ਪਰ ਕਿਤੇ ਨਾ ਕਿਤੇ ਤੁਹਾਨੂੰ ਇਹ ਵੀ ਪਛਤਾਵਾ ਹੁੰਦਾ ਹੋਣਾ ਕਿ ਜੇਕਰ ਅੱਜ ਮੇਰਾ ਘਰ ਵਾਲਾ ਸਹੀ ਹੁੰਦਾ ਤੇ ਸ਼ਾਇਦ ਉਹ ਵੀ ਬਾਹਰੋਂ ਥੋੜਾ ਬਹੁਤਾ ਕਮਾਉਂਦਾ ਤੇ ਤੁਹਾਨੂੰ ਥੋੜੀ ਮਿਹਨਤ ਘੱਟ ਕਰਨੀ ਪੈਂਦੀ, ਕਿਤੇ ਨਾ ਕਿਤੇ ਉਹ ਵੀ ਪਛਤਾਵਾ ਹੁੰਦਾ ਹੋਣਾ? ਹਾਂਜੀ ਹੈ, ਇਹ ਤਾਂ ਪਛਤਾਵਾ ਹੈਗਾ ਆ। 4 ਸਾਲ ਹੋ ਗਏ ਜੇ ਮੰਜੀ ਤੇ ਬੈਠੇ ਆ ਕਿ ਚਲੋ ਥੋੜਾ ਬਹੁਤਾ ਨਾਲ ਆਸਰਾ ਹੋ ਜਾਣਾ ਸੀ ਤੇ ਹੁਣ ਮਾਲਕ ਤੇ ਡੋਰੀ। ਮੈਨੂੰ ਵੀ ਸ਼ੂਗਰ ਆ, ਇਹਨਾਂ ਨੂੰ ਵੀ ਸ਼ੂਗਰ ਆ। ਹਾਂ, 3-4 ਮੇਰੇ ਆਪਰੇਸ਼ਨ ਹੋ ਗਏ ਦੇ ਆ। ਪਿੱਤੇ ਦਾ ਹੋਇਆ, ਮੈਨੂੰ ਬੜੇ ਆਪਰੇਸ਼ਨ ਹੋਏ ਆ ਤੇ ਸਰੀਰ ਵੀ ਨਹੀਂ ਕੰਮ ਕਰਦਾ, ਪਰ ਕਰਨਾ ਪੈਂਦਾ ਜੇ। ਉਹ ਤਾਂ ਕਰਨਾ ਹੀ ਪੈਣਾ। ਹੁਣ ਜੇ ਸੰਸਾਰ ਤੇ ਆਏ ਆ ਤੇ ਉਹ ਤੇ ਹੁਣ ਭੋਗ ਕੇ ਜਾਣਾ ਪੈਣਾ, ਚੰਗੇ ਭੋਗੀ ਜਾਂ ਮੰਦੇ ਭੋਗੀ, ਉਹ ਤਾਂ ਕਰਨਾ ਹੀ ਪੈਣਾ। ਹੁਣ ਜਿਸ ਤਰ੍ਹਾਂ ਨਵਦੀਪ ਕੌਰ ਆਪਣੇ ਮਾਮੇ ਕੋਲ ਰਹਿੰਦੀ ਆ, ਜੇਕਰ ਅੱਜ ਤੁਹਾਡੇ ਘਰ ਦੇ ਵਿੱਚ ਹੁੰਦੀ, ਇੱਥੇ ਹੁੰਦੀ, ਆਪਣੇ ਪ੍ਰਤਾਪਗੜ੍ਹ 'ਚ ਹੁੰਦੀ ਤੇ ਕੀ ਤੁਸੀਂ ਇਸ ਲੈਵਲ ਤੱਕ ਉਸ ਨੂੰ ਲੈ ਕੇ ਜਾ ਸਕਦੇ ਸੀ? ਅਸੀਂ ਨਹੀਂ ਭਾਜੀ ਲੈ ਕੇ ਜਾ ਸਕਦੇ, ਪਰਮਾਤਮਾ ਦੀ ਕਿਰਪਾ ਹੈ ਕਿ ਜਿਹੜੇ ਇਹਦੇ ਮਾਮਾ ਜੀ ਲੈ ਗਏ ਤੇ ਉਹਨਾਂ ਨੇ ਸਭ ਕੁਝ ਕੀਤਾ। ਉਸ ਮਾਮੇ ਨੇ ਭਾਂਜੀ ਵਾਸਤੇ ਤੇ ਕੀਤਾ ਉਸਨੇ ਭੈਣ ਵਾਸਤੇ ਵੀ ਬੜਾ ਕੁਝ ਕੀਤਾ। ਉਸਨੇ ਦੱਸਿਆ ਕਿ ਮੈਂ ਜਦੋਂ ਘਰ ਆਉਂਦਾ ਸੀ, ਮੈਂ ਜਦੋਂ ਭੈਣ ਦੇ ਹਾਲਾਤ ਦਿੰਦਾ ਸੀ, ਕਦੀ ਮੈਂ 500 ਕਦੀ 1000 ਦੇ ਕੇ। ਲੋਕਡਾਊਨ 'ਚ 3 ਵਾਰੀ ਵਿਚਾਰਾ ਸੌਦਾ ਦੇ ਗਿਆ, ਨਾਲ ਪੈਸੇ ਦੇ ਗਿਆ, 1000 ਰੁਪਈਆ ਦੇ ਜਾਣਾ, ਨਾਲ ਤੋੜਾ ਸਬਜ਼ੀ ਦਾ ਦੇ ਜਾਣਾ ਵੀ ਜੀਜਾ ਮੰਜੇ ਤੇ ਆ ਤੇ ਚੱਲ ਇੰਨਾ ਦਾ ਟਾਈਮ ਲੰਘ ਜੇ। ਭੈਣ ਭਰਾ ਦਾ ਪਿਆਰ ਕਹਿੰਦੇ ਆ ਨਾ ਕਿ ਫਿਰ ਵਾਕਿਆ ਹੀ ਉਸ ਭਰਾ ਨੇ ਅੱਜ ਭੈਣ ਭਰਾ ਦਾ ਪਿਆਰ ਵਿਖਾ ਕੇ ਮਤਲਬ ਉਹ ਕੰਮ ਕਰਕੇ ਵਿਖਾ ਦਿੱਤਾ ਆਪਣੀ ਭੈਣ ਵਾਸਤੇ ਕਿ ਅੱਜ ਕੱਲ੍ਹ ਆਪਣੇ ਘਰ ਦੇ ਗੁਜ਼ਾਰੇ ਬੜੀ ਮੁਸ਼ਕਲ ਨਾਲ ਹੁੰਦੇ ਆ ਤੇ ਉਸ ਭੈਣ ਦਾ ਵੀ ਨਾਲ ਪਰਿਵਾਰ ਨੂੰ ਥੋੜਾ ਚਲਾਉਣ ਡਿਆ ਵਾ ਕਿ ਚਲੋ ਕਿਸੇ ਤਰ੍ਹਾਂ ਉਸ ਪਰਿਵਾਰ ਨੂੰ ਕੋਈ ਮੁਸ਼ਕਲ ਨਾ ਆਵੇ। ਹਾਂਜੀ, ਕੱਪੜੇ ਲੀੜਾ ਵੀ ਵਿਚਾਰਾ ਮਾੜਾ ਚੰਗੇ ਦੇ ਦਿੰਦੇ, ਪਾ ਲਈਦੇ ਆ, ਬੇਟੇ ਨੂੰ ਵੀ ਦੇ ਕੇ ਦਿੰਦੇ ਆ, ਇਹਨਾਂ ਨੂੰ ਵੀ ਲੈ ਕੇ ਦਿੰਦੇ ਆ ਕਿ ਠੀਕ ਨਹੀਂ ਹੈਗੇ ਤੇ ਤਾਂ ਤੇ ਭਾਜੀ ਕੱਜਣਾ ਹੀ ਆ ਨਾ, ਮਾੜਾ ਚੰਗਾ ਜਿਹੜਾ ਮਿਲਦਾ ਪਾ ਲਈਦਾ। ਜਿਸ ਤਰ੍ਹਾਂ ਹੁਣ ਤੁਸੀਂ ਮਾਤਾ ਜੀ ਦੱਸਿਆ ਕਿ 1700 ਰੁਪਏ ਦੇ ਨਾਲ, 1 ਮਿੰਟ ਅੰਦਰ ਆਇਓ ਜਰਾ, ਮੈਂ ਤੁਹਾਡੇ ਨਾਲ ਵੀ ਗੱਲ ਕਰਦਾ। ਇਹ ਤੁਹਾਨੂੰ ਮਾਤਾ ਜੀ ਆਪੇ ਆਪਣੇ ਘਰ ਦੇ ਹਾਲਾਤ ਦਿਖਾਣਗੇ ਕਿ ਘਰ ਦੇ ਹਾਲਾਤ ਇਹਨਾਂ ਦੇ ਕਿੱਦਾਂ ਦੇ ਬਣੇ ਨੇ।
ਘਰ ਦੇ ਹਾਲਾਤ ਮਾਤਾ ਜੀ ਆਪ ਦੱਸਣਗੇ ਕਿ ਕਿਸ ਤਰ੍ਹਾਂ ਵਾ। ਸਰਕਾਰਾਂ ਦੇਖੋ, ਸਰਕਾਰਾਂ ਹਰ ਵਾਰੀ ਕਹਿੰਦੀਆਂ ਵਾ ਕਿ ਅਸੀਂ ਗਰੀਬ ਵਾਸਤੇ ਇਹ ਕੀਤਾ ਤੇ ਗਰੀਬ ਨੂੰ ਅਜਿਹੀ ਫੈਸਿਲਿਟੀ ਦਿੱਤੀ ਹੈ। ਕਦੀ ਰਾਸ਼ਨ ਕਾਰਡ ਬਣ ਜਾਂਦੇ ਨੇ, ਕਦੀ ਮੈਡੀਕਲ ਕਾਰਡ ਬਣ ਜਾਂਦੇ ਨੇ, ਪਰ ਇਹ ਮਾਤਾ 50 ਸਾਲ ਪੁਰਾਣੀ ਛੱਤ ਆ, ਇਹ ਮੇਰੇ ਸਹੁਰੇ ਹੁਣਾਂ ਨੇ ਬਣਾਏ ਦੇ ਕਮਰੇ। ਬਿਲਕੁਲ ਤੁਹਾਨੂੰ ਉਸ ਮਾਤਾ ਨੇ ਤਸਵੀਰਾਂ ਵੀ ਦਿਖਾਈਆਂ ਕਿ ਕਿਸ ਤਰ੍ਹਾਂ ਦੇ ਹਾਲਾਤ ਬਣੇ ਨੇ। ਜੇ ਗੱਲ ਕੀਤੀ ਜਾਏ ਜਿੱਦਾਂ ਹੁਣ ਸਰਕਾਰ ਵੱਲੋਂ ਇੱਕ ਮੁੱਢਲੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ, ਰਾਸ਼ਨ ਕਾਰਡ ਲੈ ਲਓ ਜਾਂ ਪੈਨਸ਼ਨ ਲੈ ਲਓ, ਬੁਢਾਪਾ ਪੈਨਸ਼ਨ ਜਾਂ ਫਿਰ ਮੈਡੀਕਲ ਕਾਰਡ ਲੈ ਲਓ, ਕੋਈ ਇਹਦੇ ਵਿੱਚੋਂ ਕੋਈ ਰਾਸ਼ਨ ਕਾਰਡ ਹੋ ਗਿਆ? ਕੋਈ ਨਹੀਂ, ਸਾਡੀ ਕੋਈ ਸੁਣਾਈ ਨਹੀਂ ਜੇ ਕਰਦਾ। ਕੋਈ ਮੈਡੀਕਲ ਕਾਰਡ ਨਾ ਬਣਿਆ ਹੋਇਆ ਕੋਈ ਇਲਾਜ ਹੋ ਨਹੀਂ, ਜਾਏ? ਕਾਰਡ ਬਣਿਆ ਆ, ਉਹ ਪੁੱਛਦੇ ਨਹੀਂ ਕਾਰਡ ਵਾਲਿਆਂ ਨੂੰ ਜਾਈਏ ਸਰਕਾਰੀ, ਉਹ ਗੱਲ ਹੀ ਨਹੀਂ ਕਰਦੇ। ਉਹ ਆਂਦੇ ਚਾਲੂ ਨਹੀਂ ਹੋਏ, ਇਹ ਕਾਰਡ ਨੈਟ ਤੇ ਨਹੀਂ ਚੜੇ। ਤੇ ਪੈਨਸ਼ਨ ਲੱਗੀ ਤੁਹਾਡੀ? ਨਾ ਜੀ ਕੋਈ ਨਹੀਂ ਪੈਨਸ਼ਨ ਲੱਗੀ। ਕਿਹਨਾਂ ਦੀਆਂ ਲਾਉਂਦੇ ਆ ਫਿਰ ਪੈਨਸ਼ਨਾਂ? ਰੋਜ਼ ਕਹਿੰਦੇ ਲਾਉਂਦੇ ਆ, ਅਸੀਂ ਰਾਸ਼ਨ ਕਾਰਡ ਬਣਾਉਣ ਦੇ ਆ, ਰਾਸ਼ਨ ਸਾਡੀ ਦੇਣ ਤਾਂ ਨਹੀਂ ਜੇ ਕੋਈ ਵੀ ਪੈਨਸ਼ਨ, ਨਾ ਉਹਨਾਂ ਦੀ ਤੇ ਨਾ ਮੇਰੀ। ਤੇ ਰਾਸ਼ਨ ਕਾਰਡ ਜਿਹੜੇ ਬਣੇ ਦੇ ਉਹ ਵੀ ਤੁਹਾਨੂੰ ਦੱਸਿਆ 16-17 ਮਹੀਨੇ ਹੋ ਗਏ ਜੇ ਰਾਸ਼ਨ ਬੰਦ ਆ, ਕਹਿੰਦੇ ਕਾਰਡ ਬੰਦ ਹੋ ਗਏ ਪਿੰਡ ਦੇ। ਬਿਲਕੁਲ ਦੇਖਿਓ, ਕਿਸੇ ਵੀ ਤਰ੍ਹਾਂ ਦੀ ਅਜਿਹੀ ਸਹੂਲਤ ਨਹੀਂ ਇਸ ਪਰਿਵਾਰ ਨੂੰ ਤਾਂ ਜੋ ਉਹਨਾਂ ਦਾ ਥੋੜਾ ਬਹੁਤਾ ਜਿਹੜਾ ਘਰ ਦਾ ਗੁਜ਼ਾਰਾ ਹੋ ਸਕੇ। ਸਰਕਾਰ ਵੱਲੋਂ ਸਕੀਮਾਂ ਤਾਂ ਲਾਗੂ ਕੀਤੀਆਂ ਜਾਂਦੀਆਂ ਨੇ, ਪਰ ਉਹ ਸਕੀਮਾਂ ਕਿੱਥੋਂ ਤੱਕ ਰਹਿ ਜਾਂਦੀਆਂ ਨੇ? ਇਹਨਾਂ ਗਰੀਬਾਂ ਪਰਿਵਾਰਾਂ ਤੱਕ ਕਿਉਂ ਨਹੀਂ ਉਹ ਸਕੀਮਾਂ ਪਹੁੰਚਦੀਆਂ? ਰਾਸ਼ਨ ਕਾਰਡ ਦੀ ਗੱਲ ਕੀਤੀ ਹੈ, ਰਾਸ਼ਨ ਕਾਰਡ ਮਾਤਾ ਨੇ ਦੱਸਿਆ ਬਣਿਆ ਤੇ ਹੈਗਾ ਵਾ, ਪਰ ਵੀਰ ਜੀ ਉਸ 'ਤੇ ਕਣਕ ਹੀ ਨਹੀਂ ਮਿਲਦੀ। ਉਹ ਕਹਿੰਦੇ ਕਿ ਇਸ ਇਲਾਕੇ 'ਚ ਕਣਕ ਨਹੀਂ ਮਿਲਦੀ, ਪੂਰੇ ਇਲਾਕੇ 'ਚ ਕਣਕ ਨਹੀਂ, ਪੂਰੇ ਪਿੰਡ 'ਚ ਕਣਕ ਨਹੀਂ ਮਿਲਦੀ। ਗੱਲਬਾਤ ਕਰਦੇ ਉਸ ਮਾਮੇ ਨਾਲ, ਉਸ ਧੀ ਦੇ, ਕਿ ਉਸ ਨਾਲ ਕੋਈ ਫੋਨ ਨੰਬਰ ਵੀ ਜਾਣਦੇ ਆ ਉਸਦਾ, ਤੇ ਉਸ ਪਰਿਵਾਰ ਨੇ ਜਿਸ ਵੀ ਕਿਸੇ NRI ਵੀਰ ਨੇ ਜਾਂ ਕਿਸੇ ਨੇ ਵੀ ਇਸ ਪਰਿਵਾਰ ਦੀ ਬਾਂਹ ਫੜਨੀ ਹੋਵੇ, ਉਹ ਇਹਨਾਂ ਦੇ ਫੋਨ ਨੰਬਰ ਤੇ ਰਾਬਤਾ ਕਾਇਮ ਕਰਕੇ ਇਸ ਪਰਿਵਾਰ ਤੱਕ ਪਹੁੰਚ ਕਰ ਸਕਦਾ ਅਤੇ ਜੋ ਵੀ ਇਸ ਧੀ ਇਸ ਪਰਿਵਾਰ ਵਾਸਤੇ ਅੱਗੇ ਆਉਣਾ ਚਾਹੁੰਦਾ ਵਾ ਉਹ ਇਹਨਾਂ ਦੀ ਮਦਦ ਕਰ ਸਕਦਾ। ਕਿੰਨਾ ਨੰਬਰ ਭਾਈ? 98762 32979। 98762 32979। ਬਿਲਕੁਲ, ਪਰਿਵਾਰ ਦਾ ਨੰਬਰ ਹੈ 98762 32979। ਜਿਸ ਵੀ ਕਿਸੇ NRI ਵੀਰ ਨੇ ਇਸ ਪਰਿਵਾਰ ਤੱਕ ਪਹੁੰਚ ਕਰਨੀ ਹੋਏ, ਇਸ ਨੰਬਰ ਤੇ ਸੰਪਰਕ ਕਰਕੇ ਰਾਬਤਾ ਕਾਇਮ ਕਰਕੇ ਇਸ ਪਰਿਵਾਰ ਤੱਕ ਪਹੁੰਚ ਕਰ ਸਕਦਾ ਹੈ ਅਤੇ ਇਸ ਧੀ ਦੇ ਜਿਹੜਾ ਖੇਡਾਂ ਦਾ ਮਿਆਰ ਆ ਉਸ ਨੂੰ ਹੇਠਾਂ ਨਹੀਂ ਡਿੱਗਣ ਦੇਣਾ, ਉਸ ਨੂੰ ਅਸੀਂ ਉੱਪਰ ਚੁੱਕਣਾ ਵਾ ਅਤੇ ਉਹ ਵੀਰ ਇਸ ਦਾ ਜਿਹੜਾ ਖੇਡਾਂ ਦਾ ਮਿਆਰ ਆ ਉਹਨੂੰ ਉੱਪਰ ਚੁੱਕ ਸਕਦਾ ਤਾਂ ਜੋ ਇਸ ਧੀ ਦਾ ਹੌਸਲਾ ਕਦੇ ਨਾ ਟੁੱਟੇ ਅਤੇ ਇਹ ਵੀ 올림픽 ਦੇ ਵਿੱਚ ਇੱਕ ਭਾਰਤ ਦਾ ਨਾਮ ਰੋਸ਼ਨ ਕਰੇ। ਸੋ ਕੈਮਰਾ ਪਰਸਨ ਜਸਵਿੰਦਰ ਬੇਦੀ ਨਾਲ ਜਤਿੰਦਰ ਕੁੰਡਲ, ਰੰਗਲਾ TV, ਗੁਰਦਾਸਪੁਰ।